ਰਾਏ ਭੋਏ ਦੀ ਤਲਵੰਡੀ ਦੀ ਧਰਤੀ 'ਤੇ ਆਉਂਦੇ। ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਬਹੁਤ ਜ਼ਿਆਦਾ ਪ੍ਰੇਮ ਕੀਤਾ। ਰਾਏ ਬੁਲਾਰ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਹੁਤ ਜ਼ਿਆਦਾ ਸੇਵਾ ਕੀਤੀ। ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦੇ ਪਕਵਾਨ ਜਿਹੜੇ ਸੀ ਤਿਆਰ ਕਰਵਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਛਕਾਏ। ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਸ਼ਾਦਾ ਛਕਦੇ ਪਏ ਸਨ, ਰਾਏ ਬੁਲਾਰ ਜੀ ਪ੍ਰਸੰਨ ਹੋ ਰਹੇ ਸਨ। ਨਾਲੇ ਨਾਲੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਬੇਨਤੀਆਂ ਕਰ ਰਹੇ ਸਨ ਕਿ ਸਤਿਗੁਰੂ ਜੀ, ਤੁਸੀਂ ਬੜੀ ਕਿਰਪਾ ਕੀਤੀ ਹੈ, ਮੇਰੇ ਘਰ ਵਿੱਚ ਆਣ ਕੇ ਮੈਨੂੰ ਨਵਾਜਣਾ ਕੀਤਾ, ਜਿਹਦੇ ਨਾਲ ਮੈਨੂੰ ਇਉਂ ਲੱਗ ਰਿਹਾ ਹੈ ਕਿ ਮੇਰਾ ਜੰਮਣ ਮਰਨਾ ਜਿਹੜਾ ਉਹ ਮਿਟ ਗਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤੇ ਰਾਏ ਬੁਲਾਰ ਜੀ ਆਪਸ ਵਿੱਚ ਬੈਠੇ ਪ੍ਰੇਮ ਨਾਲ ਜਿੱਥੇ ਬਚਨ ਕਰ ਰਹੇ ਸਨ, ਉੱਥੇ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵਾਰ-ਵਾਰ ਬਲਹਾਰ ਜਾ ਰਹੇ ਸਨ। ਅਗਲੇਰੇ ਪ੍ਰਸੰਗ ਵਿੱਚ ਕਵੀ ਸੰਤੋਖ ਸਿੰਘ ਜੀ ਕੀ ਦਰਸਾ ਰਹੇ ਨੇ। ਇਸ ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਵਾਸਤੇ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਬੁਲਾਰ ਜੀ ਦੇ ਨਾਲ ਬੈਠੇ ਹੋਏ ਸਨ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਤਮ ਖਿਆਲਾਂ ਵਾਲੇ ਭਾਵ ਬਹੁਤ ਗਿਆਨਵਾਨ ਪੁਰਸ਼ ਸਨ। ਕਹਿੰਦੇ ਉਸ ਸਥਾਨ ਦੇ ਉੱਪਰ ਮਾਤਾ ਤ੍ਰਿਪਤਾ ਜੀ ਆ ਜਾਂਦੇ ਹਨ, ਜਿਨ੍ਹਾਂ ਦੇ ਮਨ ਅੰਦਰ ਪੁੱਤਰ ਦੇ ਵਿਛੋੜੇ ਦਾ ਬਹੁਤ ਜ਼ਿਆਦਾ ਦਰਦ ਸੀ, ਜਿਨ੍ਹਾਂ ਨੂੰ ਆਪਣੇ ਪੁੱਤਰ ਦੇ ਨਾਲ ਮਿਲਣ ਦੀ ਬਹੁਤ ਜ਼ਿਆਦਾ ਲਾਲਸਾ ਸੀ। ਕਹਿੰਦੇ ਕਿ ਆਪਣੇ ਮੁਖ ਦੇ ਉੱਪਰ ਪਰਦਾ ਲਿਆ ਹੋਇਆ ਸੀ। ਮਾਤ ਤ੍ਰਿਪਤਾ ਜੀ ਰਾਏ ਬੁਲਾਰ ਜੀ ਦੇ ਕੋਲ ਆਣ ਕੇ ਬੈਠ ਕੇ ਹੱਥ ਜੋੜ ਕੇ ਬੇਨਤੀ ਕਰਦੇ ਹਨ। ਕਹਿੰਦੇ ਹੱਥ ਜੋੜ ਕੇ ਕਹਿਣ ਲੱਗੀ, ਰਾਏ ਜੀ ਮੇਰੀ ਇੱਕ ਕਿਰਪਾ ਕਰਕੇ ਬੇਨਤੀ ਜਿਹੜੀ ਉਹ ਸੁਣ ਲੈਣੀ ਕਰੋ। ਕਹਿੰਦੇ ਤੁਸੀਂ ਮੇਰੇ ਤੇ ਇੱਕ ਭਾਰੀ ਉਪਕਾਰ ਕਰ ਦੇਵੋ। ਮਾਤਾ ਤ੍ਰਿਪਤਾ ਜੀ ਬੇਨਤੀ ਕਰ ਰਹੇ, ਰਾਏ ਜੀ ਮੇਰੇ ਤੇ ਭਾਰੀ ਉਪਕਾਰ ਕਰਨਾ ਕਰੋ, ਕਿਸੇ ਤਰੀਕੇ ਨਾਲ ਮੇਰੇ ਪੁੱਤਰ ਨੂੰ ਘਰ ਰੱਖ ਲੈਣਾ ਕਰੋ। ਭਾਵ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਹਰ ਉਦਾਸੀਆਂ ਕਰਨ ਵਾਸਤੇ ਗਏ ਸਨ ਤੇ ਜਾਣ ਦਾ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ। ਮਾਤਾ ਜੀ ਕਹਿ ਰਹੇ ਹਨ ਇਹ ਨਾ ਜਾਣ ਬਾਹਰ, ਇਹਨਾਂ ਨੂੰ ਕਿਸੇ ਤਰੀਕੇ ਨਾਲ ਇੱਥੇ ਹੀ ਰੱਖ ਲੈਣਾ ਕਰੋ। ਜਦੋਂ ਮਾਤਾ ਤ੍ਰਿਪਤਾ ਜੀ ਇਵੇਂ ਬਚਨ ਕਰ ਰਹੇ ਸਨ, ਗੱਲਾਂ ਕਰ ਰਹੇ ਸਨ, ਰਾਏ ਜੀ ਨੂੰ ਬੇਨਤੀਆਂ ਕਰ ਰਹੇ ਸਨ, ਤੇ ਇੱਥੇ ਕਵੀ ਸੰਤੋਖ ਸਿੰਘ ਕਹਿੰਦੇ ਉਸ ਵਕਤ ਸਤਿਕਾਰਯੋਗ ਮਾਤ ਤ੍ਰਿਪਤਾ ਜੀ ਦੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਰਿਹਾ ਸੀ। ਮਾਤਾ ਤ੍ਰਿਪਤਾ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਦਾ ਗਲਾ ਭਰ ਆਇਆ। ਉਹਨਾਂ ਨੇ ਫਿਰ ਧੀਰਜ ਦਿੰਦੇ ਹੋਏ ਮਾਤ ਤ੍ਰਿਪਤਾ ਜੀ ਨੂੰ ਆਖਿਆ ਹੈ, ਕਮਲ ਬਦਨ ਗੁਣ ਸਦਨਾ ਪੁਨੀਤਾ ਜਾਣੇ ਆਪ ਸਰਬ ਗੁਰ ਚੀਤਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਤੋਂ ਸ਼੍ਰੇਸ਼ਟ ਹਨ, ਉੱਤਮ ਗੁਣਾਂ ਵਾਲੇ ਹਨ ਔਰ ਚੰਗੀ ਤਰ੍ਹਾਂ ਹਰ ਗੱਲ ਨੂੰ ਜਾਣਦੇ ਨੇ, ਜਾਣੀ ਜਾਣ ਹਨ। ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ, ਸਤਿਗੁਰੂ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਆਗਿਆ ਦੇਣੀ ਕਰੋ, ਮੈਂ ਤੁਹਾਨੂੰ ਕੁਝ ਬੇਨਤੀ ਕਰ ਸਕਾਂ। ਇੰਨੇ ਚਿਰ ਨੂੰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਿਤਾ ਕਾਲੂ ਜੀ ਨਾਲ ਹੀ ਚਾਚਾ ਲਾਲੂ ਜੀ ਜਿਹੜੇ ਸਨ
ਉਹ ਵੀ ਰਾਏ ਬੁਲਾਰ ਦੇ ਕੋਲ ਆਣ ਕੇ ਬੈਠ ਜਾਂਦੇ ਹਨ। ਬੋਲੇ ਸ੍ਰੀ ਬਦਨ ਮਯੰਕਾ ਕਰੋ ਰਾਏ ਜੀ ਹੋਏ ਨਿਸ਼ੰਕਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਰਾਏ ਬੁਲਾਰ ਜੀ, ਤੁਸੀਂ ਕਿਸੇ ਵੀ ਪ੍ਰਕਾਰ ਦੀ ਗੱਲ ਕਹਿਣੀ ਹੈ ਉਹ ਬੇਝਿਜਕ ਹੋ ਕੇ ਕਹਿ ਦੇਣੀ ਕਰੋ। ਆਇਸ ਦਿਗ ਦੇਹੇ ਜਬ ਅਸ ਸੁਖਦਾਈ ਦਾਨੀ ਬੋਲਿਓ ਤਬ ਦੇਸ਼ ਮੁਖ ਬਾਣੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸਾਰੇ ਸੁੱਖਾਂ ਦੇ ਦਾਤੇ ਹਨ, ਉਹਨਾਂ ਦੇ ਅੱਗੇ ਫਿਰ ਬੇਨਤੀ ਕਰਕੇ ਰਾਏ ਬੁਲਾਰ ਜੀ ਜਿਹੜੇ ਹਨ ਉਹ ਬੋਲਦੇ ਹਨ। ਕੀ ਆਖਦੇ ਨੇ? ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕਰਦੇ ਹਨ। ਮੇਰ ਖੇਤੀ ਕਰਵਾਈਏ ਕਾਮੇ ਦਿਓ ਰਖਾਏ। ਕਹਿਣ ਲੱਗੇ ਰਾਏ ਬੁਲਾਰ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿ ਤੁਸੀਂ ਇੱਥੇ ਘਰ ਵਿੱਚ ਰਹਿ ਕੇ ਖੇਤੀ ਕਰਨਾ ਕਰੋ। ਮੈਂ ਬਹੁਤ ਸਾਰੇ ਕੰਮ ਕਰਨ ਵਾਲੇ ਜਿਹੜੇ ਹਨ ਉਹ ਤੁਹਾਡੇ ਕੋਲ ਰਖਵਾ ਦਿੰਦਾ ਹਾਂ, ਜਿਹੜੇ ਤੁਹਾਡੇ ਕੋਲ ਰਹਿ ਕੇ ਖੇਤੀ ਦਾ ਕੰਮ ਕਰਿਆ ਕਰਨਗੇ। ਨਹਿਲਾ ਦੇਵੇ ਕਛ ਸਭੇ ਇਨਾਮ ਕਰਾਏ। ਕਹਿੰਦੇ ਕਿ ਨਾਲ ਹੀ ਜਿਹੜਾ ਜ਼ਮੀਨ ਦਾ ਹਿੱਸਾ ਹੋਵੇਗਾ ਨਾ, ਮੈਂ ਉਹ ਵੀ ਨਹੀਂ ਲੈਣਾ ਕਰਾਂਗਾ। ਸਭੇ ਨਾਮ ਕਰਾਏ ਸਦਨ ਨਿਜ ਬਹੁ ਦੁਖ ਕਦਨਾ। ਕਹਿੰਦੇ ਨਾਲ ਹੀ ਜਿਹੜਾ ਜ਼ਮੀਨ ਦਾ ਮਾਮਲਾ ਹੁੰਦਾ ਹੈ ਨਾ, ਉਹ ਵੀ ਮੈਂ ਮਾਫ ਕਰ ਦੇਵਾਂਗਾ। ਐਵੇਂ ਕਰਕੇ ਬੇਨਤੀਆਂ ਕਰਦੇ ਹਨ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ। ਮਾਤਾ ਬਿਰਦ ਦੀਨ ਹੀਰ ਮੈਂ ਫੇਕਤ ਬਦਨਾ। ਕਹਿਣ ਲੱਗੇ ਕਿ ਵੇਖੋ ਤੁਹਾਡੇ ਮਾਤਾ ਜੀ ਹੁਣ ਜਿਹੜੇ ਬਜ਼ੁਰਗ ਹੋ ਚੁੱਕੇ ਹਨ, ਬਿਰਧ ਹੋ ਚੁੱਕੇ ਹਨ, ਇਹ ਚਾਹੁੰਦੇ ਹਨ ਕਿ ਤੁਹਾਡਾ ਮੁਖੜਾ ਤੱਕਦੇ ਰਹਿਣ, ਇਸ ਕਰਕੇ ਇਹਨਾਂ ਵੱਲ ਵੇਖਣਾ ਕਰੋ। ਸੁਨ ਬੁਲਾਏ ਕੀ ਬਦਨ ਕੋ ਦੀਨਾਨਾਥ ਸੁਭਾਏ। ਜਦੋਂ ਰਾਏ ਬੁਲਾਰ ਜੀ ਨੇ ਇਹ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਤੁਸੀਂ ਘਰ ਵਿੱਚ ਰਹਿ ਕੇ ਖੇਤੀ ਕਰਨਾ ਕਰੋ। ਫਿਰ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕਰਕੇ ਕਿਹਾ ਹੈ, ਸ਼੍ਰੀ ਮੁਖ ਖੇਤੀ ਬਿਦ ਕਹੀ ਸੋਰਠ ਰਾਗ ਉਠਾਏ। ਕਿਵੇਂ ਦੀ ਖੇਤੀ ਕਰਨੀ ਚਾਹੀਦੀ ਹੈ ਬੰਦੇ ਨੂੰ, ਸਾਨੂੰ ਕੀ ਉਪਦੇਸ਼ ਦਿੱਤਾ, ਰਾਏ ਬੁਲਾਰ ਜੀ ਨੂੰ ਕੀ ਆਖਿਆ, ਮਾਤਾ ਜੀ ਨੂੰ ਕੀ ਆਖਿਆ, ਪਿਤਾ ਜੀ ਨੂੰ ਕੀ ਆਖਿਆ, ਚਾਚਾ ਜੀ ਨੂੰ ਕੀ ਆਖਿਆ, ਇਹ ਸਾਰਾ ਕੁਝ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੋਰਠ ਰਾਗ ਦੇ ਅੰਦਰ ਭਾਵ ਆਪਣੀ ਪਵਿੱਤਰ ਗੁਰਬਾਣੀ ਅੰਦਰ ਅੰਕਿਤ ਕੀਤਾ ਹੈ। ਮਨਮਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਇਹ ਸੋਰਠ ਰਾਗ ਦਾ ਪਾਵਨ ਬਚਨ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 595 ਦੇ ਉੱਪਰ ਇਸ ਵਕਤ ਸ਼ੋਭਾਇਮਾਨ ਹੈ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਕਹਿੰਦੇ ਰਾਏ ਜੀ, ਚਾਚਾ ਜੀ, ਪਿਤਾ ਜੀ ਸੁਣੋ, ਖੇਤੀ ਕਰਨੀ ਚਾਹੀਦੀ ਹੈ ਬੰਦੇ ਨੂੰ, ਪਰ ਕੈਸੀ ਖੇਤੀ ਕਰਨੀ ਚਾਹੀਦੀ ਹੈ? ਉਹ ਖੇਤੀ ਮਨੁੱਖ ਦੇ ਆਪਣੇ ਅੰਦਰ ਹੋਣੀ ਚਾਹੀਦੀ ਹੈ। ਇਹ ਮਨ ਨੂੰ ਹਾਲ ਬਣਾ ਲੈਣਾ ਚਾਹੀਦਾ ਹੈ ਤੇ ਨਾਲ ਹੀ ਫਿਰ ਸ਼ਰਮ ਪਾਣੀ, ਸ਼ਰਮ ਦਾ ਅਰਥ ਹੁੰਦਾ ਉਦਮ ਜਿਹੜਾ ਹੈ ਇਹ ਪਾਣੀ ਬਣਾਉਣਾ ਚਾਹੀਦਾ ਹੈ। ਤਨ ਜਿਹੜਾ ਹੈ ਆਪਣਾ ਸਰੀਰ ਜਿਹੜਾ ਹੈ ਇਹਨੂੰ ਖੇਤ ਬਣਾ ਲੈਣਾ ਚਾਹੀਦਾ ਹੈ। ਇਵੇਂ ਕਰਕੇ ਸਤਿਗੁਰੂ ਇੱਕ ਮਨ ਦੀ ਖੇਤੀ ਕਰਨੀ ਸਿਖਾ ਰਹੇ ਹਨ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਹ ਜਿਹੜਾ ਮਨ ਜਿਹੜਾ ਹੈ ਇਹਨੂੰ ਹਾਲੀ ਬਣਾ ਲਿਆ, ਤਨ ਨੂੰ ਖੇਤ ਬਣਾ ਲਿਆ, ਉਦਮ ਦਾ ਪਾਣੀ ਵੀ ਪਾ ਲਿਆ। ਫਿਰ ਸਤਿਗੁਰੂ ਕਹਿੰਦੇ ਨੇ ਨਾਮ ਬੀਜ, ਨਾਮ ਦਾ ਇਹਦੇ ਵਿੱਚ ਬੀਜ ਪਾਉਣਾ ਕਰ, ਤੇ ਬੀਜ ਪਾਉਣ ਤੋਂ ਬਾਅਦ ਜ਼ਿਮੀਂਦਾਰ ਸੁਹਾਗਾ ਵੀ ਫੇਰਦਾ ਹੈ। ਸਤਿਗੁਰੂ ਕਹਿੰਦੇ ਇਹਦੇ ਤੇ ਸੰਤੋਖ ਦਾ ਸੁਹਾਗਾ ਫੇਰਨਾ ਕਰ। ਰੱਖ ਗਰੀਬੀ ਵੇਸ, ਗਰੀਬੀ ਵੇਸ ਦਾ ਭਾਵ ਆਪਣੇ ਮਨ ਦੇ ਅੰਦਰ ਨਿਮਰਤਾ ਰੱਖਣੀ ਕਰ, ਹੰਕਾਰ ਨੂੰ ਦੂਰ ਕਰ ਦੇਣਾ ਕਰ। ਆਓ ਕਰਮ ਕਲ ਜਮਸੀ ਸੇ ਕਰ ਭਾਗਠ ਦੇਖ। ਸਤਿਗੁਰੂ ਕਹਿਣ ਲੱਗੇ ਭਾਉ ਦਾ ਅਰਥ ਹੁੰਦਾ ਹੈ ਕਿ ਪ੍ਰੇਮ। ਕਹਿੰਦੇ ਕਿ ਪ੍ਰੇਮ ਜਿਹੜਾ ਹੈ ਨਾ ਉਹਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਕਰ। ਇੱਦਾਂ ਕਰਕੇ ਦੇਖ ਫਿਰ ਤੇਰੇ ਇਸ ਮਨ ਰੂਪੀ ਹਿਰਦੇ ਦੇ ਵਿੱਚ ਕਿਵੇਂ ਫੁੱਲ ਖਿੜਦੇ ਹਨ, ਤੇਰਾ ਹਿਰਦਾ ਜਿਹੜਾ ਕਿਵੇਂ ਖੁਸ਼ ਹੋ ਜਾਂਦਾ ਹੈ, ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ। ਮਾਇਆ ਸਾਥ ਨਾ ਹੋਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਰਹਾਉ ਵਾਲੇ ਸਤਿਗੁਰੂ ਨੇ ਰਹਾਉ ਵਾਲੇ ਪਾਵਨ ਬਚਨ ਕਹਿ ਸੰਬੋਧਨ ਕਰਕੇ ਕਿਹਾ, ਬਾਬਾ ਮਾਇਆ ਸਾਥ ਨਾ ਹੋਏ।
ਕਿ ਇਹ ਜਿਹੜੀ ਮਾਇਆ ਹੈ ਇਹ ਕਿਸੇ ਵੀ ਬੰਦੇ ਦਾ ਸਾਥ ਦੇਣ ਵਿੱਚ ਨਹੀਂ ਆਉਂਦੀ, ਬਲਕਿ ਇਸ ਮਾਇਆ ਨੇ ਸਾਰੇ ਜੱਗ ਨੂੰ ਮੋਹ ਕੇ ਰੱਖਿਆ ਹੋਇਆ ਹੈ। ਕੋਈ ਵਿਰਲਾ ਮਨੁੱਖ ਹੀ ਇਸ ਮਾਇਆ ਤੋਂ ਬਚ ਸਕਦਾ ਹੀ ਨਹੀਂ, ਤਾਂ ਬਾਕੀ ਸਾਰੇ ਇਸ ਮਾਇਆ ਦੇ ਵਿੱਚ ਗਰਸੇ ਹੋਏ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲਾ ਦ੍ਰਿਸ਼ਟਾਂਤ ਖੇਤੀ ਕਰਨ ਵਾਲਿਆਂ ਵਾਸਤੇ ਦਿੱਤਾ, ਜਿਹੜੇ ਬਾਹਰ ਜ਼ਮੀਨ ਦੇ ਵਿੱਚ ਜਾ ਕੇ ਖੇਤੀ ਕਰਦੇ ਕਿਸਾਨ ਖਵਾਉਂਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਵਾਸਤੇ ਕਿਹਾ, ਜਿੱਥੇ ਬਾਹਰੀ ਤੌਰ ਦੇ ਉੱਪਰ ਆਪਾਂ ਖੇਤੀ ਕਰਦੇ ਹਾਂ, ਉੱਥੇ ਮਨ ਵਿੱਚ ਵੀ ਇੱਕ ਐਸੀ ਖੇਤੀ ਕਰਨੀ ਚਾਹੀਦੀ ਹੈ ਜਿਹਦੇ ਨਾਲ ਇਹ ਮਨ ਨੂੰ ਹਾਲੀ ਬਣਾ ਕੇ, ਤਨ ਨੂੰ ਖੇਤ ਬਣਾ ਕੇ, ਇਹਦੇ ਵਿੱਚ ਫਿਰ ਨਾਮ ਦਾ ਬੀਜ ਪਾ ਕੇ, ਇਹਦੇ 'ਤੇ ਸੰਤੋਖ ਦਾ ਸੁਹਾਗਾ ਮਾਰ ਕੇ, ਇਹਦੇ ਵਿੱਚ ਪ੍ਰੇਮ ਪੈਦਾ ਕਰਕੇ ਇਹ ਵਾਲੀ ਖੇਤੀ ਸਤਿਗੁਰੂ ਕਹਿੰਦੇ ਸਾਨੂੰ ਕਰਨੀ ਚਾਹੀਦੀ ਹੈ। ਬੋਲਿਓ ਮੁਖ ਬਚਨਾ ਤਰਵੰਡੀ ਹਟ ਕਰੀਐ। ਫਿਰ ਚਾਚਾ ਲਾਲੂ ਜੀ ਬੋਲਦੇ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਅਨੋਖੇ ਤਰ੍ਹਾਂ ਦੀ ਖੇਤੀ ਦਰਸਾ ਦਿੱਤੀ ਨਾ, ਫਿਰ ਚਾਚਾ ਲਾਲੂ ਜੀ ਕਹਿਣ ਲੱਗੇ, ਕਹਿੰਦੇ ਨਾਨਕ ਜੀ ਖੇਤੀ ਨਹੀਂ ਕਰਨੀ, ਫਿਰ ਤੁਸੀਂ ਇੱਦਾਂ ਕਰੋ, ਇਸ ਤਲਵੰਡੀ ਦੇ ਵਿੱਚ ਰਹਿ ਕੇ ਨਾ ਹੱਟੀ ਪਾਲਣਾ ਕਰੋ, ਭਾਵ ਦੁਕਾਨ ਪਾਲਣਾ ਕਰੋ। ਰਹੇ ਸਦਨ ਨਿਜ ਬੰਜੋ ਬੰਜਾ ਮਮ ਬਚੂਰ ਮੈਂ ਤਰੀਐ। ਕਹਿਣ ਲੱਗੇ ਇਹ ਗੱਲ ਮਨ ਵਿੱਚ ਧਾਰਨ ਕਰ ਲਓ ਵੀ ਨਾਲੇ ਫਿਰ ਤੁਸੀਂ ਆਪਣੇ ਘਰ ਵਿੱਚ ਰਹੋਗੇ, ਨਾਲੇ ਤੁਸੀਂ ਚੰਗਾ ਜਿਹੜਾ ਉਹ ਘਰ ਦੇ ਵਿੱਚ ਵਪਾਰ ਚਲਾ ਲੈਣਾ ਕਰੋਗੇ। ਤੁਝ ਪਛਤਾਤ ਕਰੇ ਨਿਤਰੋਦਨ ਜਨਨੀ ਘਾਤੇ। ਕਹਿੰਦੇ ਕਿ ਵੇਖ ਤੇਰੀ ਮਾਤਾ ਭਾਵ ਮਾਤ ਤ੍ਰਿਪਤਾ ਜੀ ਰੋਜ਼ ਤੇਰੇ ਵਿਛੋੜੇ ਦੇ ਵਿੱਚ ਰੋਂਦੇ ਰਹਿੰਦੇ ਐ, ਨਾਲੇ ਇਹਨਾਂ ਦਾ ਵਿਛੋੜਾ ਜਿਹੜਾ ਹੈ ਨਾ ਇਹ ਵੀ ਦੂਰ ਹੋ ਜਾਵੇਗਾ। ਦੂਸਰ ਪਾਸੇ ਮੁਖ ਭਾਕੇ ਸੁਭਗਤ ਪ੍ਰਾਪਤ ਜਾ ਕੇ। ਕਹਿੰਦੇ ਕਿ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਚਾ ਲਾਲੂ ਦੇ ਮੁਖ ਤੋਂ ਇਹ ਗੱਲ ਸੁਣ ਕੇ ਜਦੋਂ ਉਹਨਾਂ ਕਿਹਾ ਕਿ ਤੁਸੀਂ ਹੁਣ ਫਿਰ ਕੋਈ ਦੁਕਾਨ ਕਰ ਲੈਣਾ ਕਰੋ, ਭਾਵ ਦੁਕਾਨ ਦੇ ਉੱਪਰ ਰਹਿ ਕੇ ਕੋਈ ਸੌਦਾ ਵੇਚ ਕੇ ਤੇ ਐਵੇਂ ਕਰਕੇ ਨਾਲੇ ਘਰ ਵਿੱਚ ਰਹੋਗੇ, ਨਾਲੇ ਫਿਰ ਚੰਗਾ ਵਪਾਰ ਚੱਲ ਪਏਗਾ। ਤੇ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਅਗਲਾ ਪਾਵਨ ਬਚਨ ਜਿਹੜਾ ਅਗਲਾ ਬੰਦ ਹੈ ਉਹ ਉਚਾਰਨ ਕਰਕੇ ਸੁਣਾਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਤੁਸੀਂ ਕਹਿੰਦੇ ਹੋ ਦੁਕਾਨ ਪਾਉਣੀ ਚਾਹੀਦੀ ਹੈ, ਸਤਿਗੁਰੂ ਕਹਿੰਦੇ ਆ ਅਨੋਖੇ ਤਰ੍ਹਾਂ ਦੀ ਦੁਕਾਨ ਤੈਨੂੰ ਮੈਂ ਦੱਸਦਾ ਹਾਂ। ਹੇ ਬੰਦੇ ਤੇਰੀ ਉਮਰ ਜਿਹੜੀ ਹੈ ਨਾ ਉਹ ਘਟਦੀ ਜਾ ਰਹੀ ਹੈ, ਇਸ ਕਰਕੇ ਆਪਣੀ ਉਮਰ ਨੂੰ ਆਪਣੀ ਦੁਕਾਨ ਬਣਾ ਲੈ ਤੇ ਇਹਦੇ ਵਿੱਚ ਸੱਚ ਦਾ ਨਾਮ ਜਿਹੜਾ ਹੈ ਨਾ ਉਹਦਾ ਸੌਦਾ ਪਾਉਣਾ ਕਰ। ਦੁਕਾਨ ਦੇ ਵਿੱਚ ਸੌਦਾ ਹੁੰਦਾ ਹੈ, ਉਹ ਦੁਕਾਨਦਾਰ ਵੇਚਦਾ, ਉਹਦੀ ਕਮਾਈ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਪਣੇ ਅੰਦਰ ਜਿਹੜਾ ਸੱਚ ਦੇ ਨਾਮ ਦਾ ਸੌਦਾ ਪਾਉਣਾ ਕਰ। ਸੋਚ ਸੋਚ ਕਰ ਭਾਂਡਸਾਲ ਤਿਸ ਵਿੱਚ ਤਿਸਨੋ ਰੱਖ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਦੇਖੋ ਫਿਰ ਜਿਹੜਾ ਦੁਕਾਨਦਾਰ ਹੁੰਦਾ ਹੈ ਕੁਝ ਸੌਦਾ ਗੋਦਾਮ ਦੇ ਵਿੱਚ ਰੱਖ ਆਉਂਦਾ ਹੈ, ਉੱਥੋਂ ਫਿਰ ਕੱਢ ਕੱਢ ਕੇ ਵੇਚੀ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਤੂੰ ਵੀ ਗੋਦਾਮ ਬਣਾ ਲੈ। ਕਿਹਨੂੰ ਬਣਾ? ਸੁਰਤ ਸੋਚ, ਸੁਰਤ ਨੂੰ ਗੋਦਾਮ ਬਣਾ ਲੈਣਾ ਕਰ। ਚੰਗੀ ਸੋਚ ਜਿਹੜੀ ਹੈ ਉਹਨੂੰ ਧਾਰਨ ਕਰਨਾ ਕਰ। ਭਾਂਡਸਾਲ ਇੱਦਾਂ ਕਰਕੇ ਇਹਨੂੰ ਗੋਦਾਮ ਬਣਾ ਕੇ ਇਹਦੇ ਵਿੱਚ ਪ੍ਰਮਾਤਮਾ ਜੀ ਦੇ ਨਾਮ ਨੂੰ ਟਿਕਾ ਕੇ ਰੱਖਣਾ ਕਰ। ਹੁਣ ਜਾ ਰਿਹਾ ਸੋਹਣ ਦੀ ਕਰ ਲੈ, ਹੁਣ ਜਾ ਰਿਹਾ ਸੋਹਣ ਦੀ ਕਰ ਲੈ ਲਾ ਮਨ ਹੱਸ। ਸਤਿਗੁਰੂ ਕਹਿਣ ਲੱਗੇ ਇੱਦਾਂ ਪ੍ਰਮਾਤਮਾ ਦੇ ਪਿਆਰੇ ਜਿਹੜੇ ਹਨ ਉਹਨਾਂ ਦੇ ਨਾਲ ਵਪਾਰ ਕਰਨਾ ਕਰ। ਇੱਦਾਂ ਕਰਕੇ ਫਿਰ ਤੈਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਹੋਵੇਗਾ, ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਵੇਗੀ ਤੇ ਪ੍ਰਮਾਤਮਾ ਜੀ ਦੇ ਨਾਮ ਦੇ ਵਿੱਚੋਂ ਬਹੁਤ ਜ਼ਿਆਦਾ ਨਫਾ ਜਿਹੜਾ ਹੈ ਉਹ ਵੀ ਹੋ ਜਾਣਾ ਕਰੇਗਾ। ਫਿਰ ਇੱਦਾਂ ਕਰਕੇ ਲਾਲੂ ਜੀ ਜਿਹੜੇ ਸਨ ਉਹਨਾਂ ਨੇ ਰਾਏ ਬੁਲਾਰ ਜੀ ਨੂੰ ਆਖਿਆ ਤੇ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿਣਾ ਕੀਤਾ ਹੈ, ਵੇਖੋ ਨਾਨਕ ਜੀ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਬਾਹਰ ਜਾਣ ਦੀ ਬਜਾਏ ਫਿਰ ਤੁਸੀਂ ਜਾਣਾ ਹੀ ਚਾਹੁੰਦੇ ਹੋ ਤੇ ਇੱਕ ਇਹ ਕੰਮ ਕਰ ਲੈਣਾ ਕਰੋ, ਇਹਦੇ ਨਾਲ ਤੁਹਾਨੂੰ ਘੁੰਮਣ ਫਿਰਨ ਦਾ ਮੌਕਾ ਵੀ ਮਿਲ ਜਾਏਗਾ, ਨਾਲੇ ਘਰ ਦਾ ਕੰਮ ਵੀ ਵਧੀਆ ਚੱਲ ਜਾਏਗਾ। ਉਹ ਕਿਹੜਾ ਹੈ? ਸਤਿਗੁਰੂ ਨੂੰ ਕਹਿਣ ਲੱਗੇ, ਕਹਿੰਦੇ ਫਿਰ ਤੁਸੀਂ ਨਾ ਵਪਾਰ ਜਿਹੜਾ ਨਾ ਉਹ ਕਰ ਲੈਣਾ ਕਰੋ। ਕਹਿਣ ਲੱਗੇ ਕਿ ਤੁਸੀਂ ਮੁੱਲ ਖਰੀਦ ਕੇ, ਭਾਵ ਘੋੜੇ ਜਿਹੜੇ ਉਹ ਮੁੱਲ ਖਰੀਦ ਲੈਣਾ ਕਰੋ, ਜਿਹਦੇ ਨਾਲ ਤੁਸੀਂ ਇੱਕ ਨਵਾਂ ਵਪਾਰ ਸ਼ੁਰੂ ਕਰ ਸਕਦੇ ਹੋ। ਕਹਿੰਦੇ ਨਾਲੇ ਫਿਰ ਤੁਸੀਂ ਦੂਰ ਦੂਰ ਦੇ ਦੇਸ਼ਾਂ ਦੇ ਵਿੱਚ ਘੁੰਮਿਆ ਕਰੋਗੇ। ਭਾਵਕ ਜਿਹੜਾ ਵਪਾਰੀ ਬੰਦਾ ਹੁੰਦਾ ਹੈ ਉਹ ਖਰੀਦਣ ਵਾਸਤੇ ਕਦੇ ਕਿਤੇ ਜਾਂਦਾ, ਕਦੇ ਕਿਤੇ ਜਾਂਦਾ, ਕਦੇ ਵੇਚਣ ਵਾਸਤੇ ਕਿਤੇ ਜਾਂਦਾ।
ਇੱਦਾਂ ਕਰਕੇ ਕਹਿੰਦੇ ਜੇ ਤੁਹਾਡਾ ਘੁੰਮਣ ਦਾ ਹੀ ਚਾਅ ਹੈ ਤੇ ਫਿਰ ਤੁਸੀਂ ਜਿਹੜਾ ਹੈ ਨਾ ਉਹ ਇਹ ਵਾਲਾ ਵਪਾਰ ਕਰ ਲੈਣਾ ਕਰੋ, ਭਾਵ ਕਿ ਘੋੜਿਆਂ ਨੂੰ ਖਰੀਦ ਕੇ ਲਿਆਓ, ਘੋੜਿਆਂ ਨੂੰ ਵੇਚਣਾ ਕਰੋ, ਇੱਦਾਂ ਕਰਕੇ ਵਪਾਰ ਕਰਨਾ ਕਰੋ। ਜਨਨੀ ਧੀਰੇ ਧਰੇ ਸੁਤਿਆਵੇ ਫਿਰ ਧਾਮ। ਨਾਲੇ ਤੁਹਾਡੀ ਮਾਤਾ ਜੀ, ਮਾਤਾ ਤ੍ਰਿਪਤਾ ਜੀ ਜਿਹੜੇ ਹਨ ਉਹਨਾਂ ਨੂੰ ਧੀਰਜ ਆ ਜਾਣਾ ਕਰੇਗਾ, ਉਹਨਾਂ ਨੂੰ ਸਮਝ ਆ ਜਾਵੇਗੀ ਕਿ ਮੇਰਾ ਘਰ ਜਿਹੜਾ ਵਾਪਸ ਘਰ ਆ ਗਿਆ ਹੈ। ਸੁਰਨ ਕੀ ਮੁਖ ਪਨੇ ਤੀਆ ਪਦੇ ਅਬਰਾਮ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਸੁਣੇ ਤੇ ਸੁਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸੇ ਪਾਵਨ ਅੰਗ ਦਾ, ਇਸੇ ਪਾਵਨ ਬਚਨ ਦਾ ਤੀਸਰਾ ਪਦਾ ਜੋ ਸੀ ਨਾ ਉਹ ਉਚਾਰਨ ਕਰਕੇ ਉਹਨਾਂ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦ੍ਰਿੜ ਕਰਵਾਉਣਾ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਧਾਰਮਿਕ ਪੁਸਤਕਾਂ ਦਾ ਜਿਹੜਾ ਨਾ ਉਹਨਾਂ ਨੂੰ ਸੁਣਨਾ ਕਰ। ਇਹ ਅਸਲ ਦੇ ਵਿੱਚ ਵਣਜ ਹੈ, ਇਹ ਅਸਲ ਵਿੱਚ ਵਪਾਰ ਹੈ ਕਿ ਪਰਮਾਤਮਾ ਜੀ ਦੇ ਨਾਮ ਨੂੰ ਸੁਣਨਾ ਕਰ। ਤੇ ਅਗਲੀ ਗੱਲ ਕਹੀ, 7 ਘੋੜੇ ਲੈ ਚੱਲ। ਸੱਚ ਰੂਪੀ ਘੋੜਾ ਜਿਹੜਾ ਹੈ ਨਾ, ਸੱਤ ਦਾ ਅਰਥ ਹੁੰਦਾ ਸੱਚ, ਸਦੀਵੀ ਰਹਿਣ ਵਾਲਾ ਪਰਮਾਤਮਾ ਜੀ ਦਾ ਨਾਮ। ਇਹ ਜਿਹੜਾ ਪਰਮਾਤਮਾ ਜੀ ਦਾ ਨਾਮ ਹੈ ਨਾ, ਇਹਨੂੰ ਤੂੰ ਜਿਹੜਾ ਹੈ ਵਪਾਰ ਕਰਨਾ ਕਰ। ਤੇ ਹੁਣ ਜਦੋਂ ਕੋਈ ਬੰਦਾ ਦੂਰ ਦੇ ਸਫ਼ਰ ਤੇ ਜਾਂਦਾ ਹੈ, ਨਾਲ ਕੋਈ ਨਾ ਕੋਈ ਖਰਚ ਤੇ ਲੈ ਕੇ ਜਾਂਦਾ ਹੈ, ਕੋਈ ਪੈਸਾ ਤੇ ਲੈ ਕੇ ਜਾਂਦਾ ਹੈ, ਉਹਦੇ ਕੋਲ ਕੋਈ ਨਾ ਕੋਈ ਖਾਣ ਵਾਸਤੇ ਪ੍ਰਬੰਧ ਹੁੰਦਾ ਹੈ, ਕੁਝ ਜਿਹੜਾ ਪਹਿਨਣ ਵਾਸਤੇ ਪ੍ਰਬੰਧ ਹੁੰਦਾ ਹੈ, ਮਾਇਆ ਦਾ ਪ੍ਰਬੰਧ ਹੁੰਦਾ। ਜਿਹੜਾ ਦੂਰ ਦੇ ਜਿਹੜਾ ਰਸਤੇ ਦੇ ਉੱਪਰ ਜਾਂਦਾ ਹੈ, ਦੂਰ ਸਫ਼ਰ ਕਰਨ ਜਾਂਦਾ ਹੈ, ਸਤਿਗੁਰੂ ਕਹਿਣ ਲੱਗੇ ਆ ਮਨ ਰੂਪੀ ਘਰ ਅੰਦਰ ਜਦੋਂ ਤੂੰ ਸੱਚ ਦਾ ਵਪਾਰ ਕਰਨ ਜਾਣਾ ਹੈ ਨਾ, ਉਹਦੇ ਵਾਸਤੇ ਫਿਰ ਨੇਕੀਆਂ, ਚੰਗੇ ਕਰਮ ਜਿਹੜੇ ਖਰਚ ਬੰਨ, ਚੰਗਿਆਈਆਂ, ਚੰਗੇ ਕਰਮ ਜਿਹੜੇ ਹਨ ਨਾ, ਇਹਨਾਂ ਨੂੰ ਤੂੰ ਬੰਨ੍ਹ ਲੈਣਾ ਕਰ ਆਪਣੇ ਪੱਲੇ ਦੇ ਵਿੱਚ। ਤੇ ਇਹ ਆਸ ਨਾ ਰੱਖ ਕਿ ਕੱਲ੍ਹ ਕਰਾਂਗੇ, ਪਰਸੋਂ ਕਰਾਂਗੇ। ਮਹਾਰਾਜ ਕਹਿੰਦੇ ਇਸ ਨੂੰ ਤੂੰ ਹੁਣੇ ਜਿਹੜਾ ਹੈ ਨਾ ਉਹ ਇਸ ਕਾਰਜ ਨੂੰ ਕਰ ਲੈਣਾ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਤੂੰ ਚੰਗੀ ਕਰਨੀ ਕਰੇਗਾ, ਚੰਗੇ ਕਰਮ ਕਰੇਗਾ, ਫਿਰ ਨਿਰੰਕਾਰ ਦੇ ਘਰ ਵਿੱਚ, ਪਰਮਾਤਮਾ ਦੇ ਘਰ ਵਿੱਚ ਜਾ ਕੇ ਤੈਨੂੰ ਬਹੁਤ ਜ਼ਿਆਦਾ ਸੁੱਖ ਮਿਲੇਗਾ। ਪਰਮਾਤਮਾ ਦੇ ਘਰ ਵਿੱਚ ਤੇਰਾ ਵਾਸਾ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਵੈਰਾਗ ਵਿੱਚ ਆਣ ਕੇ ਇਹ ਮੁਬਾਰਕ ਬਚਨ ਜਿਹੜੇ ਸਨ ਉਹਨਾਂ ਨੂੰ ਸਮਝਾ ਰਹੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾ ਰਹੇ ਸਨ, ਪਰ ਜਿਹੜੇ ਘਰ ਦੇ ਬਾਕੀ ਜੀ ਸਨ ਉਹ ਸਮਝਣ ਵਾਸਤੇ ਤਿਆਰ ਨਹੀਂ ਸਨ। ਉਹ ਬਾਰ-ਬਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਘਰ ਦੇ ਵਿੱਚ ਰਹਿਣ ਵਾਸਤੇ ਹੀ ਕਹੀ ਜਾ ਰਹੇ ਸਨ। ਫਿਰ ਕਾਲੂ ਜੀ ਨੇ ਜਦੋਂ ਸੁਣੀ ਇਹ ਗੱਲ ਸਾਰੀ ਦੀ ਸਾਰੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ, ਕਹਿੰਦੇ ਜੇ ਇਹ ਸਾਰੇ ਕੰਮਾਂ ਦੇ ਵਿੱਚੋਂ ਕੋਈ ਕੰਮ ਨਹੀਂ ਕਰਨਾ ਤੇ ਫਿਰ ਇੱਕ ਅਗਲਾ ਕੰਮ ਜਿਹੜਾ ਹੈ ਉਹ ਕਾਲੂ ਜੀ ਨੇ ਦੱਸਣਾ ਕੀਤਾ ਹੈ। ਕਹਿੰਦੇ ਕਿ ਜੇ ਤੁਸੀਂ ਖੇਤੀ ਵੀ ਨਹੀਂ ਕਰਨੀ, ਵਪਾਰ ਵੀ ਨਹੀਂ ਕਰਨਾ, ਤੇ ਫਿਰ ਇੱਕ ਹੋਰ ਕੰਮ ਹੈਗਾ। ਉਹ ਕਿਹੜਾ ਕੰਮ ਹੈ? ਭੂਪਤ। ਭੂਪਤ ਦਾ ਅਰਥ ਹੁੰਦਾ ਰਾਜਾ। ਤੁਸੀਂ ਕਿਸੇ ਰਾਜੇ ਦੇ ਕੋਲ ਫਿਰ ਜਿਹੜਾ ਹੈ ਉਹ ਨੌਕਰੀ ਕਰ ਲੈਣਾ ਕਰੋ। ਮੁਚ ਬਚ ਮਨ ਕਰੋ ਜੀ ਕਾਜਾ ਕਰੋ ਫਕੀਰੀ ਬੈਸਾ। ਕਹਿੰਦੇ ਕਿ ਨਾਲੇ ਫਿਰ ਜਿਹੜਾ ਫਕੀਰਾਂ ਵਾਲਾ ਤੁਸੀਂ ਲਿਬਾਸ ਜਿਹਾ ਧਾਰਨ ਕੀਤਾ ਹੈ ਨਾ, ਇਹਨੂੰ ਛੱਡ ਦੇਣਾ ਕਰੋ। ਮੇਰਾ ਪੁੱਤਰ ਬਣ ਕੇ, ਮੇਰਾ ਬੱਚਾ ਬਣ ਕੇ ਇਹ ਗੱਲ ਜਿਹੜੀ ਮੇਰੀ ਇਹਨੂੰ ਮੰਨ ਲੈਣਾ ਕਰ। ਅਕਾਲ ਪੁਰਖ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਚੌਥੀ ਪੌੜੀ ਜਿਹੜੀ ਹੈ ਉਚਾਰਨ ਕਰਕੇ ਉਹਨਾਂ ਨੂੰ ਪਾਵਨ ਉਪਦੇਸ਼ ਜਿਹੜਾ ਉਹ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਚੌਥੇ ਬੰਦ ਦੇ ਰਾਹੀਂ ਕਿਹਾ, ਕਹਿਣ ਲੱਗੇ ਨੌਕਰੀ, ਹਾਂ ਪਿਤਾ ਜੀ ਨੌਕਰੀ ਕਰਨੀ ਚਾਹੀਦੀ ਹੈ। ਕਿਹੜੀ ਨੌਕਰੀ ਕਰਨੀ ਚਾਹੀਦੀ ਹੈ? ਉਹ ਚਾਕਰੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਚਾਕਰੀ। ਲਾਏ ਚਿੱਤ ਕਰ ਚਾਕਰੀ। ਚਾਕਰੀ ਕਹਿੰਦੇ ਨੌਕਰੀ, ਚਿੱਤ ਲਾ ਕੇ ਨੌਕਰੀ ਕਰਨੀ ਕਰ। ਪਰ ਕਿਹੜੀ? ਮਨ ਨਾਮ ਕਰ ਕੰਮ।
ਆਪਣੇ ਚਿੱਤ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਟਿਕਾਉਣਾ ਕਰ, ਨਾਮ ਦੇ ਉੱਪਰ ਭਰੋਸਾ ਰੱਖਣਾ ਕਰ। ਇਹ ਅਸਲ ਦੇ ਵਿੱਚ ਨੌਕਰੀ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਹੈ। ਬਦੀਆਂ ਧਾਣੀ ਤਾਂ ਕੋ ਆਖੇ ਧੰਨਾ। ਕਹਿੰਦੇ ਕਿ ਬੰਨ ਬਦੀਆਂ, ਬੰਨ ਲਾਦਨਾ ਕਰ ਬਦੀਆਂ ਦੇ ਸਾਹਮਣੇ, ਭਾਵ ਇਹ ਜਿਹੜੇ ਪਾਪ ਹਨ ਇਹਨਾਂ ਨੂੰ ਰੋਕਣ ਦਾ ਉਪਰਾਲਾ ਕਰ। ਇਹ ਬਾਰ-ਬਾਰ ਜਿਹੜੇ ਹੈ ਨਾ, ਇਹ ਬੰਦੇ ਨੂੰ ਜਿਹੜੇ ਮਾੜੇ ਕਰਮ ਹਨ ਬਾਰ-ਬਾਰ ਬੰਦੇ ਨੂੰ ਸਤਾਉਂਦੇ ਹੈ, ਬਾਰ-ਬਾਰ ਆਣ ਕੇ ਚਿੰਬੜਦੇ ਹੈ। ਅਤੇ ਸਤਿਗੁਰੂ ਕਹਿੰਦੇ ਇਹਨਾਂ ਨੂੰ ਰੋਕਣ ਦਾ ਜਿਹੜਾ ਹੈ ਨਾ ਉਹ ਯਤਨ ਕਰਨਾ ਕਰ। ਜੇ ਤੂੰ ਇਹਨਾਂ ਨੂੰ ਰੋਕ ਲਵੇਂਗਾ ਫਿਰ ਸਾਰੇ ਤੈਨੂੰ ਧੰਨ ਧੰਨ ਕਹਿਣਾ ਕਹਿਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜੇਕਰ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਹੋ ਜਾਵੇ ਫਿਰ ਮਨੁੱਖ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰੰਗ ਚੜ ਜਾਂਦਾ ਹੈ। ਜਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਇਹ ਪਾਵਨ ਸ਼ਬਦ ਜਿਹੜਾ ਸੀ ਸਰਵਣ ਕਰਨਾ ਕੀਤਾ ਹੈ, ਮਾਤਾ ਸਤਿਕਾਰਯੋਗ ਮਾਤਾ ਤ੍ਰਿਪਤਾ ਦੇਵੀ ਜੀ, ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਦਾਸ ਜੀ ਸਤਿਗੁਰੂ ਦੇ ਪਾਵਨ ਮੁਖ ਤੋਂ ਸ਼ਬਦ ਸੁਣ ਕੇ ਖਾਮੋਸ਼ ਹੋ ਗਏ ਹਨ, ਚੁੱਪ ਹੋ ਗਏ ਹਨ। ਆਪਣੇ ਮਨ ਵਿੱਚ ਸੋਚ ਰਹੇ ਸਨ ਕਿਹੜਾ ਉਪਾਅ ਕੀਤਾ ਜਾਏ, ਜਿਹੜੇ ਉਪਾਅ ਦੇ ਨਾਲ, ਕਿਹੜੇ ਤਰੀਕੇ ਦੇ ਨਾਲ ਸਾਡਾ ਪਿਤਾ, ਸਾਡਾ ਪੁੱਤਰ ਨਾਨਕ ਜਿਹੜਾ ਉਹ ਘਰ ਵਿੱਚ ਰਹਿ ਪੈਣਾ ਕਰੇ। ਕਿਵੇਂ ਇਹ ਜਿਹੜਾ ਫਕੀਰਾਂ ਵਾਲਾ ਲਿਬਾਸ ਧਾਰਨ ਕਰਕੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਘੁੰਮਣਾ ਚਾਹੁੰਦਾ ਹੈ, ਕਿਵੇਂ ਅਸੀਂ ਇਹਨੂੰ ਰੋਕੀਏ, ਸਾਡੇ ਮਨ ਨੂੰ ਕਿਵੇਂ ਧੀਰਜ ਆਉਣਾ ਕਰੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਅਸਲ ਵਿੱਚ ਮਾਤਾ ਪਿਤਾ ਜੀ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭੇਦ ਨੂੰ ਨਹੀਂ ਸੀ ਸਮਝ ਰਹੇ, ਬਲਕਿ ਉਹ ਆਮ ਮਨੁੱਖਾਂ ਵਰਗਾ ਮਨੁੱਖ ਹੀ ਸਮਝਦੇ ਸਨ। ਗੁਰੂ ਨਾਨਕ ਸਾਹਿਬ ਜੀ ਨੂੰ ਇਉਂ ਹੀ ਸਮਝਦੇ ਸੀ ਜਿਵੇਂ ਦੁਨੀਆ ਦੇ ਬਾਕੀ ਪੁੱਤਰ ਹੁੰਦੇ, ਇੱਦਾਂ ਦਾ ਸਾਡਾ ਇੱਕ ਪੁੱਤਰ ਹੈ। ਆਮ ਮਨੁੱਖਾਂ ਦੀ ਤਰ੍ਹਾਂ ਮਨੁੱਖ ਜਿਹੜਾ ਉਹ ਜਾਣਦੇ ਪਏ ਸਨ। ਫਿਰ ਰਾਏ ਬੁਲਾਰ ਜੀ ਫੇਰ ਕਹਿਣ ਲੱਗੇ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦੇ, ਕਹਿੰਦੇ ਤੁਹਾਡਾ ਕੋਈ ਹੁਕਮ ਹੋਵੇ ਨਾ ਤੇ ਮੈਨੂੰ ਜਿਹੜਾ ਉਹ ਆਗਿਆ ਦੇਣਾ ਕਰੋ। ਜੋ ਕਰਦੇ ਤੁਮ ਸੇਵ ਬਨੇ ਸਫਲਾ ਸੁਧ ਵਾਸੁਰ ਜਾਨੋ ਸੇਈ। ਕਹਿੰਦਾ ਕਿ ਜੇਕਰ ਤੁਸੀਂ ਕੋਈ ਹੁਕਮ ਕਰੋ ਮੈਂ ਆਪ ਜੀ ਦੀ ਕੋਈ ਸੇਵਾ ਕਰਨੀ ਕਰਾਂ, ਜੇ ਮੈਂ ਆਪ ਜੀ ਦੀ ਸੇਵਾ ਕਰਾਂਗਾ ਤੇ ਜਾਣ ਲੈਣਾ ਕਰਾਂਗਾ ਕਿ ਮੇਰਾ ਇਹ ਜਿਹੜਾ ਜਨਮ ਹੈ ਇਹ ਸਫਲ ਹੋ ਗਿਆ ਹੈ। ਕਹਿੰਦੇ ਜੇ ਕਿਸੇ ਚੀਜ਼ ਦੀ ਲੋੜ ਹੋਵੇ ਉਹ ਲੋੜ ਵੀ ਤੁਸੀਂ ਦੱਸ ਦੇਣਾ ਕਰੋ, ਮੈਂ ਆਪ ਜੀ ਦੀ ਲੋੜ ਪੂਰੀ ਕਰਾਂ ਜਿਹਦੇ ਨਾਲ ਮੇਰਾ ਜਨਮ ਜਿਹੜਾ ਹੈ ਉਹ ਸਫਲ ਹੋ ਜਾਣਾ ਕਰੇ। ਇਵੇਂ ਕਰਕੇ ਰਾਏ ਬੁਲਾਰ ਜੀ ਜਿਹੜੇ ਸਨ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਸਭ ਤੋਂ ਵੱਡਾ ਦਾਨੀ ਉਹ ਅਕਾਲ ਪੁਰਖ ਵਾਹਿਗੁਰੂ ਹੈ ਤੇ ਮੇਰਾ ਆਸਰਾ ਜਿਹੜਾ ਉਹ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਜਲ ਵਿੱਚ ਵੀ, ਥਲ ਭਾਵ ਧਰਤੀ ਦੇ ਵਿੱਚ ਵੀ, ਜਿਹੜਾ ਪਾਣੀ ਵਿੱਚ ਵੀ, ਧਰਤੀ ਦੇ ਉੱਪਰ ਵੀ, ਹਰ ਇੱਕ ਚੀਜ਼ ਨੂੰ ਬਿਨਾਂ ਮੰਗਿਆਂ ਦੇ ਰਿਹਾ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਰਾਏ ਜੀ ਆਹ ਜਿਹੜੇ ਦੁਨੀਆ ਦੇ ਪਦਾਰਥ ਹਨ ਇਹ ਸਾਰੇ ਦੇ ਸਾਰੇ ਨਾਸ਼ ਹੋ ਜਾਣ ਵਾਲੇ ਹਨ ਤੇ ਨਾਸ਼ ਹੁੰਦਿਆਂ ਇਹਨਾਂ ਨੂੰ ਦੇਰੀ ਨਹੀਂ ਲੱਗਦੀ, ਭਾਵ ਬਹੁਤਾ ਸਮਾਂ ਨਹੀਂ ਲੱਗਦਾ। ਕਹਿੰਦੇ ਕਿ ਦੇਖੋ ਇਸ ਸੰਸਾਰ ਦੇ ਵਿੱਚ ਜਿਹੜੇ ਵੱਡੇ ਤੋਂ ਵੱਡੇ ਲੋਕ ਹੋਏ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਜਿੱਤਿਆ ਉਹ ਵੀ ਆਖਰਕਾਰ ਸਾਰਾ ਕੁਝ ਇੱਥੇ ਛੱਡ ਕੇ ਚਲੇ ਗਏ ਹਨ। ਕਹਿੰਦੇ ਜਿਨ੍ਹਾਂ ਨੇ ਵੱਡੇ ਵੱਡੇ ਘੋੜੇ ਰੱਖੇ ਸੀ, ਜਿਨ੍ਹਾਂ ਨੇ ਚੰਗੇ ਤੋਂ ਚੰਗੇ ਹਾਥੀ ਰੱਖੇ ਸੀ, ਸਾਰੀ ਦੁਨੀਆ ਨੂੰ ਜਿੱਤਣ ਦਾ ਵਾਅਦਾ ਕਰਦੇ ਸੀ, ਉਹ ਵੀ ਇੱਥੋਂ ਚਲੇ ਗਏ ਹਨ। ਕਹਿਣ ਲੱਗੇ ਜਿਹੜੇ ਸਭ ਤੋਂ ਵੱਧ ਆਪਣੇ ਆਪ ਨੂੰ ਤਾਕਤਵਰ ਸਮਝਦੇ ਸੀ, ਜਿਹੜੇ ਕਿਸੇ ਨੂੰ
ਬੰਦੇ ਨੂੰ ਬੰਦਾ ਵੀ ਨਹੀਂ ਅਸੀਂ ਜਾਣਦੇ, ਭਾਵ ਇੰਨੇ ਹੰਕਾਰ ਦੇ ਵਿੱਚ ਸਨ। ਉਹ ਵੀ ਸਾਰੇ ਅੰਤ ਸਮੇਂ ਜਿਹੜੇ ਇੱਦਾਂ ਹੀ ਸੰਸਾਰ ਤੋਂ ਤੁਰ ਗਏ ਹਨ। ਸਮਾਜ ਹੋਤੇ ਸਭ ਛੋੜ ਗਏ ਨੇ ਪਾਰ ਵਸਾਏ। ਕਹਿੰਦੇ ਕਿ ਜਿੰਨਾ ਸਾਜੋ ਸਮਾਨ ਲੋਕਾਂ ਨੇ ਬਣਾਇਆ ਹੋਇਆ ਸੀ ਉਹ ਕਿਸੇ ਦੇ ਵੱਸ ਵਿੱਚ ਨਹੀਂ ਰਿਹਾ। ਉਹ ਸਾਰੇ ਦੇ ਸਾਰਿਆਂ ਨੂੰ ਆਖਰਕਾਰ ਇੱਥੇ ਹੀ ਛੱਡ ਕੇ ਜਾਣਾ ਪਿਆ ਹੈ। ਹਾਂਜੀ ਹਾਂਜੀ। ਕਹਿੰਦੇ ਕਿ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਜਿਹੜਾ ਹੈ ਸਾਰੇ ਸੰਸਾਰ ਦਾ ਪਸਾਰਾ ਜਿਹੜਾ ਉਹ ਪਸਾਰਿਆ ਹੋਇਆ ਹੈ। ਤੇ ਸੰਸਾਰ ਦੇ ਵਿੱਚ ਮੰਨ ਲਓ ਮਾਇਆ ਜਿਹੜੀ ਉਹ ਕਨਾਤ ਦੀ ਤਰ੍ਹਾਂ ਲੱਗੀ ਹੋਈ ਹੈ। ਕਹਿੰਦੇ ਅਨੇਕਾਂ ਤਰੀਕਿਆਂ ਦੇ ਨਾਲ ਮਾਇਆ ਜਿਹੜੀ ਸੰਸਾਰ ਤੇ ਪਸਰੀ ਹੋਈ ਹੈ। ਇਸੇ ਕਰਕੇ ਬੰਦਾ ਜਿਹੜਾ ਹੈ ਉਹ ਆਪਣੇ ਆਪ ਦੀ ਸਮਝ ਭੁਲਾ ਦਿੰਦਾ ਹੈ, ਪਰਮਾਤਮਾ ਦੀ ਸਮਝ ਭੁਲਾ ਦਿੰਦਾ ਹੈ, ਗਿਆਨ ਨੂੰ ਵਿਸਾਰ ਦਿੰਦਾ ਹੈ। ਇੱਦਾਂ ਕਰਕੇ ਭੁੱਲਿਆ ਹੋਇਆ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਕਹਿੰਦੇ ਕਿ ਮਨੁੱਖ ਜਿਹੜਾ ਹੈ ਸੰਸਾਰ ਦੇ ਝੂਠੇ ਪਦਾਰਥਾਂ ਦੇ ਵਿੱਚ ਫਸਿਆ ਰਹਿੰਦਾ ਹੈ। ਇੱਦਾਂ ਕਰਕੇ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾ ਦਿੰਦਾ ਹੈ। ਕਹਿਣ ਲੱਗੇ ਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਅੰਤਰਜਾਮੀ ਹੈ, ਸਾਰਿਆਂ ਦੀ ਜਾਣਨ ਵਾਲਾ ਹੈ, ਪਰਮਾਤਮਾ ਨੂੰ ਮੰਨਦਾ ਨਹੀਂ ਹੈ। ਇਵੇਂ ਕਰਕੇ ਪਰਮਾਤਮਾ ਜੀ ਦੇ ਨਾਮ ਨੂੰ ਚੇਤੇ ਕੀਤੇ ਬਿਨਾਂ ਹੀ ਸੰਸਾਰ ਤੋਂ ਚਲਿਆ ਜਾਂਦਾ ਹੈ। ਰਾਏ ਬੁਲਾਰ ਜੀ ਨੇ ਹੱਥ ਜੋੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਇੱਕ ਗੱਲ ਕਹਿਣ ਲੱਗਿਆ। ਕਹਿੰਦਾ ਸਤਿਗੁਰੂ ਜੀ ਤੁਹਾਡਾ ਕਿਆ ਹੋਇਆ, ਇੱਕ ਇੱਕ ਬਚਨ ਜਿਹੜਾ ਹੈ ਉਹ ਬਿਲਕੁਲ ਸੱਚਾ ਹੈ, ਇੱਕ ਵੀ ਗੱਲ ਤੁਹਾਡੀ ਝੂਠੀ ਨਹੀਂ ਹੈ। ਪਰ ਅਗਲੀ ਗੱਲ ਵੀ ਕਈ ਰਾਏ ਬੁਲਾਰ ਕਹਿੰਦੇ ਨੇ, ਕਹਿੰਦੇ ਨਾਨਕ ਜੀ ਦੇਖਣਾ ਕਰੋ ਨਾ, ਇਹ ਤੁਹਾਡੇ ਮਾਤਾ ਪਿਤਾ ਦਾ ਕੀ ਹਾਲ ਹੈ, ਇਹ ਵੇਖੋ ਕਿਵੇਂ ਵਿਆਕੁਲ ਹੋਏ ਹਨ। ਮੇਰੇ ਕੋਲੋਂ 3 ਖੂਹਾਂ ਵਾਲੀ ਖੇਤੀ ਲੈ ਲੈਣਾ ਕਰੋ, ਪਾਵੋ ਖੇਤੀ ਲਵੋ ਜਿਹਦੇ ਵਿੱਚ 3 ਖੂਹ ਲੱਗੇ ਹੋਏ ਹਨ, ਲੈ ਕੇ ਨਾਲੇ ਤੁਸੀਂ ਆਪ ਕਿਰਤ ਕਰੋ, ਨਾਲੇ ਆਪ ਕਿਰਤ ਕਰਕੇ ਛਕਣਾ ਕਰੋ, ਨਾਲੇ ਗਰੀਬਾਂ ਨੂੰ ਜਿਹੜਾ ਭੋਜਨ ਉਹ ਛਕਾਉਣਾ ਕਰੋ। ਤੁਸੀਂ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਹੋ, ਗਰੀਬਾਂ ਦੇ ਉੱਪਰ ਰਹਿਮਤ ਕਰਨ ਵਾਲੇ ਹੋ, ਤੁਸੀਂ ਅਨਾਥਾਂ ਦੇ ਗਰੀਬਾਂ ਦੇ ਸਹਾਰੇ ਹੋ। ਇਸ ਕਰਕੇ ਤੁਸੀਂ ਘਰ ਵਿੱਚ ਬੈਠ ਕੇ ਨਾਲੇ ਉਹਨਾਂ ਗਰੀਬਾਂ ਦੀ ਮਦਦ ਕਰੋ, ਨਾਲੇ ਤੁਸੀਂ ਆਪ ਜਿਹੜਾ ਹੈ ਉਹ ਸਾਰੇ ਕਾਰਜ ਨੂੰ ਕਰਨਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਨਾਲ ਫਿਰ ਅੱਗੋਂ ਆਪਣੇ ਮੁਖਾਰ ਬਿੰਦ ਤੋਂ ਪਾਵਨ ਬਚਨ ਕਹੇ ਹਨ। ਸਤਿਗੁਰੂ ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਦੀ ਦੇਗ ਜਿਹੜੀ ਉਹ ਲਗਾਤਾਰ ਚੱਲਦੀ ਪਈ ਹੈ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਪਤਾ ਨਹੀਂ ਕਿੰਨੇ ਕੁ ਮੰਗਤੇ ਜਿਹੜੇ ਹਨ ਉਹ ਮੰਗ ਮੰਗ ਕੇ ਖਾਈ ਜਾ ਰਹੇ ਹਨ, ਤੇ ਉਹ ਪਰਮਾਤਮਾ ਕਦੇ ਵੀ ਦੇਣੋਂ ਥੱਕਦਾ ਨਹੀਂ ਹੈ। ਬੇਅੰਤ ਜਾਣੇ ਜਿਹੜੇ ਪਰਮਾਤਮਾ ਦੇ ਕੋਲੋਂ ਲੈ ਲੈ ਕੇ ਖਾਂਦੇ ਪਏ ਹਨ। ਕਹਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਜਿਹੜੇ ਹੈ ਉਹ ਸਭ ਤੋਂ ਵੱਡਾ ਦਾਤਾ ਹੈ, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਅੰਨ ਦਿੱਤਾ ਹੈ, ਉੱਥੇ ਧਨ ਦਿੱਤਾ ਹੈ। ਇਹ ਸਾਰੇ ਕੁਝ ਦੀ ਰਚਨਾ ਅਕਾਲ ਪੁਰਖ ਵਾਹਿਗੁਰੂ ਨੇ ਆਪ ਕੀਤੀ ਹੈ। ਕਹਿੰਦੇ ਇੱਦਾਂ ਕਰਕੇ ਸਦਾ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਦੇਗ ਵੀ ਚਲਾਈ। ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਬਚਨ ਆਪਾਂ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ। ਦੇਗ ਤੇਗ ਜਗ ਮੈਂ ਦੋ ਚਲੈ, ਦੇਗ ਵੀ ਚੱਲਦੀ ਹੈ, ਤੇਗ ਵੀ ਚੱਲਦੀ ਹੈ। ਸਿੱਖੀ ਦੇ ਵਿੱਚ ਸਭ ਤੋਂ ਵੱਡਾ ਕਨਸੈਪਟ ਜਿਹੜਾ ਹੈ ਨਾ ਉਹ ਦੇਗ ਤੇ ਤੇਗ ਦਾ ਹੈ। ਜਿੱਥੇ ਸੰਸਾਰ ਦੇ ਵਾਸਤੇ ਦੇਗ ਜ਼ਰੂਰੀ ਹੈ, ਭਾਵ ਅੰਨ ਜ਼ਰੂਰੀ ਹੈ, ਤੇ ਉੱਥੇ ਨਾਲ ਹੀ ਜਿਹੜਾ ਹੈ ਸਤਿਗੁਰੂ ਦੇ ਘਰ ਨੇ